प्यारे विद्यार्थियों, साडा प्रश्न भारत दीआं भूगोलिक विशेषतावां। पिछले लैक्चर दे विच असीं हिमालय पर्वत ਅਤੇ ਉਸ ਦੀਆਂ पूर्वी ਤੇ ਪੱਛਮੀ ਸ਼੍ਰੇਣੀਆਂ ਦੇ ਬਾਰੇ ਗੱਲ ਕੀਤੀ ਸੀ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਗੰਗਾ ਅਤੇ ਸਿੰਧ ਦੇ ਮੈਦਾਨ ਦੇ ਉੱਤੇ। ਭਾਰਤ ਦਾ ਦੂਜਾ ਮੁੱਖ ਤੇ ਮਹੱਤਵਪੂਰਨ ਭਾਗ ਗੰਗਾ ਅਤੇ ਸਿੰਧ ਦਾ ਮੈਦਾਨ ਹੈ। ਇਹ ਹਿਮਾਲਿਆ ਤੋਂ ਲੈ ਕੇ ਵਿੰਧਿਆਚਲ ਪਹਾੜ ਤੱਕ, ਬ੍ਰਹਮਪੁੱਤਰ ਨਦੀ ਤੋਂ ਲੈ ਕੇ ਸਿੰਧ ਨਦੀ ਤੱਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 1500 ਮੀਲ ਤੇ ਚੌੜਾਈ 100 ਮੀਲ ਤੋਂ ਲੈ ਕੇ 400 ਮੀਲ ਦੇ ਵਿਚਕਾਰ ਹੈ। ਇਸ ਦੇ ਵਿੱਚ ਬਹੁਤ ਸਾਰੀਆਂ ਨਦੀਆਂ ਵਹਿੰਦੀਆਂ ਨੇ। ਜੇ ਨਦੀਆਂ ਦਾ ਜ਼ਿਕਰ ਕਰੀਏ ਤਾਂ ਸਤਲੁਜ, ਵਿਆਸ, ਰਾਵੀ, ਚਨਾਬ, ਜਿਹਲਮ, ਬ੍ਰਹਮਪੁੱਤਰ, ਜਮਨਾ, ਗੋਮਤੀ, ਗੰਗਾ, ਇਹ ਨਦੀਆਂ ਵਹਿੰਦੀਆਂ ਨੇ। ਇਸ ਦਾ ਜਿਹੜਾ ਮੈਦਾਨ ਨੇਗੇ, ਇਲਾਕਾ ਹੈਗਾ, ਉਹ ਸਮਤਲ ਹੈ, ਉਪਜਾਊ ਹੈ। ਕਿਹਾ ਜਾਂਦਾ ਹੈਗਾ ਗੰਗਾ ਦੇ ਬੈਲਟੇ ਤੋਂ ਸਿੰਧ ਤੱਕ ਜੇਕਰ ਕੋਈ ਯਾਤਰਾ ਕਰੇ ਤਾਂ ਬਿਨਾਂ ਕਿਸੇ ਪਹਾੜ ਨੂੰ ਦੇਖਿਆ ਯਾਤਰਾ ਕੀਤੀ ਜਾ ਸਕਦੀ ਹੈ। ਇਸ ਦੇ ਕੁਝ ਪਹਾੜੀ ਇਲਾਕੇ ਨੂੰ ਛੱਡ ਕੇ ਬਾਕੀ ਸਾਰੀ ਜ਼ਮੀਨ ਸਮੁੰਦਰੀ ਤਲ ਤੋਂ 1000 ਫੁੱਟ ਤੋਂ ਉੱਚੀ ਨਹੀਂ ਹੈਗੀ। ਜ਼ਮੀਨ ਦੇ ਸਮਤਲ ਹੋਣ ਕਰਕੇ ਇੱਥੋਂ ਦੀਆਂ ਨਦੀਆਂ ਬੜੀ ਧੀਮੀ ਗਤੀ ਦੇ ਵਿੱਚ ਚੱਲਦੀਆਂ ਹਨ। ਇਸ ਪ੍ਰਦੇਸ਼ ਨੂੰ ਇਹਨਾਂ ਨਦੀਆਂ ਨੇ ਆਪਣੇ ਪਾਣੀ ਦੇ ਨਾਲ ਬਹੁਤ ਉਪਜਾਊ ਬਣਾ ਦਿੱਤਾ ਹੈ। ਗੰਗਾ ਤੇ ਸਿੰਧ ਦੇ ਮੈਦਾਨ ਦੀ ਮਿੱਟੀ ਬਹੁਤ ਡੂੰਘੀ ਤੇ ਉਪਜਾਊ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਮੀਨ ਨੂੰ ਖੋਦਿਆ ਗਿਆ ਤਾਂ 1000 ਫੁੱਟ ਦੀ ਡੂੰਘਾਈ ਤੱਕ ਕੋਈ ਵੀ ਚਟਾਨ ਦਾ ਨਾਮ ਨਿਸ਼ਾਨ ਨਹੀਂ ਮਿਲਿਆ। ਇਹ ਮੈਦਾਨ ਸੰਸਾਰ ਦੇ ਵਿੱਚੋਂ ਸਭ ਤੋਂ ਉਪਜਾਊ ਤੇ ਖੁਸ਼ਹਾਲ ਪ੍ਰਦੇਸ਼ਾਂ ਦੇ ਵਿੱਚੋਂ ਗਿਣੇ ਜਾਂਦੇ ਨੇ। ਭਾਰਤ ਦੀ ਜਨਸੰਖਿਆ ਦਾ 2/3 ਹਿੱਸਾ ਇਹਨਾਂ ਮੈਦਾਨਾਂ ਦੇ ਵਿੱਚ ਨਿਵਾਸ ਕਰਦਾ ਹੈਗਾ। ਅਰਾਵਲੀ ਪਹਾੜ ਨੇ ਗੰਗਾ ਅਤੇ ਸਿੰਧ ਦੇ ਮੈਦਾਨਾਂ ਨੂੰ 2 ਭਾਗਾਂ ਦੇ ਵਿੱਚ ਵੰਡ ਦਿੱਤਾ ਹੈ। ਹੁਣ ਇਹ ਭਾਗ ਕਿਹੜੇ ਨੇ? ਪਹਿਲਾ ਭਾਗ ਹੈ ਪੂਰਬੀ ਭਾਗ ਜਾਂ ਗੰਗਾ ਦਾ ਮੈਦਾਨ। ਇਸ ਵਿੱਚ ਅਰਾਵਲੀ ਪਹਾੜ ਤੋਂ ਲੈ ਕੇ ਬ੍ਰਹਮਪੁੱਤਰ ਨਦੀ ਤੱਕ ਦਾ ਪ੍ਰਦੇਸ਼ ਆਉਂਦਾ ਹੈਗਾ। ਇਸ ਦੇ ਵਿੱਚ ਗੰਗਾ, ਜਮਨਾ, ਚੰਬਲ, ਘਾਗਰਾ, ਬ੍ਰਹਮਪੁੱਤਰ ਨਦੀਆਂ ਵਹਿੰਦੀਆਂ ਨੇ। ਇਸ ਦੇ ਜਿਹੜੇ ਪ੍ਰਸਿੱਧ ਨਗਰ ਨੇ ਉਹਨਾਂ ਦੇ ਵਿੱਚ ਇਲਾਹਾਬਾਦ, ਬਨਾਰਸ, ਪਾਟਲੀਪੁੱਤਰ, ਭੋਪਾਲ, ਸਾਂਚੀ, ਕਾਨਪੁਰ, ਕਲਕੱਤਾ, ਢਾਕਾ, ਇਹਨਾਂ ਦੇ ਨਾਮ ਅਸੀਂ ਲੈ ਸਕਦੇ ਹਾਂ। ਇਹਨਾਂ ਪ੍ਰਦੇਸ਼ਾਂ ਦੇ ਵਿੱਚ ਵਰਖਾ ਬਹੁਤ ਹੁੰਦੀ ਰਹਿੰਦੀ ਹੈ ਅਤੇ ਜ਼ਮੀਨ ਬਹੁਤ ਉਪਜਾਊ ਹੈ। ਇੱਥੋਂ ਦੀ ਜਿਹੜੀ ਮੁੱਖ ਪੈਦਾਵਾਰ ਹੈ ਚੌਲ, ਕਣਕ, ਗੰਨਾ, ਪਟਸਨ, ਇਹ ਮੁੱਖ ਪੈਦਾਵਾਰ ਹੈ ਇਹਨਾਂ ਦੀ। ਇਹ ਪ੍ਰਦੇਸ਼ ਕਲਾ ਤੇ ਸਾਹਿਤ ਦੇ ਵਿਕਾਸ ਦਾ ਅਤੇ ਧਾਰਮਿਕ ਅੰਦੋਲਨਾਂ ਦਾ ਕੇਂਦਰ ਰਿਹਾ ਹੈਗਾ ਆਪਣੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਦਕਾ ਹੀ। ਦੂਸਰਾ ਹੈ ਪੱਛਮੀ ਭਾਗ ਜਾਂ ਸਿੰਧ ਦਾ ਮੈਦਾਨ। ਇਸ ਪ੍ਰਦੇਸ਼ ਦੇ ਵਿੱਚ ਸਿੰਧ, ਜਿਹਲਮ, ਚਨਾਬ, ਰਾਵੀ, ਵਿਆਸ, ਸਤਲੁਜ ਨਦੀਆਂ ਵਹਿੰਦੀਆਂ ਨੇ।
ਇਸ ਦੇ ਜੇ ਮਹੱਤਵਪੂਰਨ ਸ਼ਹਿਰਾਂ ਦੀ ਗੱਲ ਕਰੀਏ, ਲਾਹੌਰ, ਮੁਲਤਾਨ, ਲਾਇਲਪੁਰ, ਗੁਜਰਾਂਵਾਲਾ, ਜਲੰਧਰ, ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ, ਬੀਕਾਨੇਰ, ਜੈਸਲਮੇਰ, ਜੈਪੁਰ, ਅਜਮੇਰ, ਯੋਧਪੁਰ, ਜਾਣੀ ਕਿ ਪੰਜਾਬ ਅੱਜ ਕੱਲ੍ਹ ਦਾ ਪੰਜਾਬ, ਰਾਜਸਥਾਨ ਤੇ ਕੁਝ ਹਰਿਆਣੇ ਦੇ ਇਲਾਕੇ ਸ਼ਾਮਲ ਨੇਗੇ। ਰਾਜਸਥਾਨ ਤੇ ਸਿੰਧ ਦੇ ਆਸ-ਪਾਸ ਦਾ ਜਿਹੜਾ ਪ੍ਰਦੇਸ਼ ਹੈ ਇਹ ਕੁਝ ਰੇਗਿਸਤਾਨੀ ਹੈ। ਪੰਜਾਬ ਦੇ ਮੈਦਾਨ ਬਹੁਤ ਉਪਜਾਊ ਨੇਗੇ। ਇਹ ਪ੍ਰਦੇਸ਼, ਇਹਨਾਂ ਪ੍ਰਦੇਸ਼ਾਂ ਦੇ ਵਿੱਚ ਭਾਰਤ ਦੇ ਅਧਿਕਤਰ ਜ਼ਿਆਦਾਤਰ ਯੁੱਧ ਹੁੰਦੇ ਰਹੇ ਨੇ। ਇਸ ਕਰਕੇ ਇਹਨਾਂ ਪ੍ਰਦੇਸ਼ਾਂ ਦੇ ਲੋਕ ਨੇ ਜਿਹੜੇ ਆਪਣੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਦਕਾ ਹੀ ਕਹਿ ਸਕਦੇ ਹਾਂ ਵੀ ਸਦਾ ਤੋਂ ਬਹਾਦਰ ਤੇ ਦਲੇਰ ਰਹੇ ਨੇ। ਹੁਣ ਅਗਲਾ ਹੈ ਵੀ ਗੰਗਾ ਤੇ ਸਿੰਧ ਦੇ ਮੈਦਾਨ ਦੇ ਕੀ ਪ੍ਰਭਾਵ ਪਏ, ਇਹਨਾਂ ਦੇ ਪ੍ਰਭਾਵ ਕੀ ਰਹੇ। ਜਿਵੇਂ ਪਹਿਲਾ ਪ੍ਰਭਾਵ ਜੇ ਦੇਖੀਏ, ਦੇਸ਼ ਨੂੰ ਆਰਥਿਕ ਪੱਖ ਤੋਂ ਇਹਨਾਂ ਮੈਦਾਨਾਂ ਨੇ ਖੁਸ਼ਹਾਲ ਬਣਾਇਆ। ਇਹਦਾ ਕਾਰਨ ਕੀ ਹੈ? ਜਿਹੜੀਆਂ ਇੱਥੋਂ ਦੀਆਂ ਨਦੀਆਂ ਨੇ ਬੜੀ ਧੀਮੀ ਰਫ਼ਤਾਰ ਦੇ ਨਾਲ ਵਹਿੰਦੀਆਂ ਨੇ। ਆਪਣੇ ਪਾਣੀ ਦੇ ਨਾਲ ਉਪਜਾਊ ਮਿੱਟੀ ਲਿਆ ਕੇ ਧਰਤੀ ਨੂੰ ਇਹਨਾਂ ਨੇ ਬਹੁਤ ਉਪਜਾਊ ਬਣਾ ਦਿੱਤਾ ਹੈ। ਰਾਜਸਥਾਨ ਨੂੰ ਛੱਡ ਕੇ ਇਸ ਖੇਤਰ ਦੀ ਜਿਹੜੀ ਉਪਜਾਊ ਭੂਮੀ ਹੈ ਉਸ ਦੇ ਵਿੱਚ ਕਣਕ, ਚਾਵਲ, ਗੰਨਾ ਫਸਲਾਂ ਜਿਹੜੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ। ਖੇਤੀ ਤੋਂ ਇਲਾਵਾ ਪਸ਼ੂ ਪਾਲਣ, ਉਦਯੋਗ ਧੰਦਿਆਂ ਦਾ ਵੀ ਇੱਥੇ ਵਿਕਾਸ ਹੋਇਆ। ਇਸ ਕਰਕੇ ਦੇਸ਼ ਨੂੰ ਆਰਥਿਕ ਪੱਖ ਤੋਂ ਇਹਨਾਂ ਨੇ ਖੁਸ਼ਹਾਲ ਬਣਾਇਆ ਹੈਗਾ। ਦੂਸਰਾ ਪ੍ਰਭਾਵ ਹੈ ਵਿਦੇਸ਼ੀ ਹਮਲਾਵਰਾਂ ਨੂੰ ਆਕਰਸ਼ਿਤ ਕਰਨਾ। ਹੁਣ ਵਿਦੇਸ਼ੀ ਹਮਲਾਵਰਾਂ ਨੂੰ ਜੇ ਦੇਖੀਏ, ਇਹਨਾਂ ਨੇ ਆਕਰਸ਼ਿਤ ਕਿਵੇਂ ਕੀਤਾ? ਕਿਉਂਕਿ ਇਹਨਾਂ ਮੈਦਾਨੀ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਰਹੀ ਹੈ। ਇਹ ਉਪਜਾਊ ਇਲਾਕੇ ਸੀਗੇ, ਜਿਸ ਕਰਕੇ ਇੱਥੇ ਧਨ ਦੌਲਤ ਦੀ ਕਮੀ ਨਹੀਂ ਰਹੀ। ਇਸੇ ਧਨ ਦੌਲਤ ਨੇ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਉੱਤੇ ਹਮਲੇ ਕਰਨ ਲਈ ਆਕਰਸ਼ਿਤ ਕੀਤਾ ਹੈ। ਜੇ ਦੇਖਿਆ ਜਾਵੇ, ਮਹਿਮੂਦ ਗਜ਼ਨਵੀ ਦਾ ਇੱਕ ਮਕਸਦ ਇਹ ਵੀ ਰਹੇਗਾ ਵੀ ਭਾਰਤ ਦੀ ਧਨ ਦੌਲਤ ਨੂੰ ਲੁੱਟਿਆ ਜਾਵੇ। ਇਸੇ ਕਰਕੇ ਉਹਨੇ ਬਾਰ-ਬਾਰ ਭਾਰਤ ਦੇ ਉੱਤੇ ਹਮਲੇ ਕੀਤੇ। ਉਸ ਨੇ 17 ਹਮਲੇ ਕੀਤੇ। ਤੀਸਰਾ ਆ ਜਾਂਦਾ ਹੈ ਮਹੱਤਵਪੂਰਨ ਨਗਰਾਂ ਦੀ ਸਥਾਪਨਾ। ਮਹੱਤਵਪੂਰਨ ਨਗਰ ਪਿਸ਼ਾਵਰ, ਲਾਹੌਰ, ਮੁਲਤਾਨ, ਸਰਹੰਦ, ਅੰਬਾਲਾ, ਪਾਣੀਪਤ, ਦਿੱਲੀ, ਪ੍ਰਯਾਗ, ਸਾਰਨਾਥ, ਕਨੌਜ, ਪਾਟਲੀਪੁੱਤਰ, ਉਜੈਨ। ਇਹ ਮਹੱਤਵਪੂਰਨ ਨਗਰ ਇਹਨਾਂ ਹੀ ਇਲਾਕਿਆਂ ਜਾਂ ਪ੍ਰਦੇਸ਼ਾਂ ਦੇ ਵਿੱਚ ਸਥਾਪਿਤ ਹੋਏ। ਚੌਥਾ ਹੈ ਵਿਸ਼ਾਲ ਸਾਮਰਾਜਾਂ ਦੀ ਸਥਾਪਨਾ। ਹੁਣ ਗੰਗਾ ਅਤੇ ਸਿੰਧ ਦੇ ਮੈਦਾਨਾਂ ਦਾ ਜਿਹੜਾ ਜਲਵਾਯੂ ਹੈ ਸਿਹਤ ਦੇ ਲਈ ਅਨੁਕੂਲ ਹੋਣ ਕਰਕੇ ਤੇ ਮਨੁੱਖ ਨੂੰ ਉਹਦੀਆਂ ਲੋੜਾਂ ਜਿਹੜੀਆਂ ਰੋਜ਼ਾਨਾ ਦੀਆਂ ਸੀ ਇਹਨਾਂ ਇਲਾਕਿਆਂ ਤੋਂ ਪੂਰੀਆਂ ਹੁੰਦੀਆਂ ਸੀ, ਕਿਉਂਕਿ ਇੱਥੇ ਉਪਜ ਬਹੁਤ ਹੁੰਦੀ ਸੀ। ਇਸ ਕਰਕੇ ਸੰਭਵ ਹੈ ਵੀ ਇੱਥੇ ਵਿਸ਼ਾਲ ਸਾਮਰਾਜਾਂ ਦੀ ਸਥਾਪਨਾ ਹੋਈ, ਕਿਉਂਕਿ ਪ੍ਰਾਚੀਨ ਕਾਲ ਦੇ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਜਿੱਥੇ ਜਲਵਾਯੂ ਉਹਦੇ ਰਹਿਣ ਦੇ ਲਈ ਅਨੁਕੂਲ ਹੁੰਦਾ ਸੀ, ਜਿੱਥੇ ਉਹਨੂੰ ਰਹਿਣ ਦੇ ਲਈ ਉਹਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਖੁਰਾਕ ਪੱਖੋਂ, ਉੱਥੇ ਉਹ ਰਹਿਣਾ ਸ਼ੁਰੂ ਕਰ ਦਿੰਦਾ ਸੀ। ਤਾਂ ਸੁਭਾਵਿਕ ਹੈ ਵੀ ਇਹਨਾਂ ਇਲਾਕਿਆਂ ਦੇ ਵਿੱਚ ਹੀ ਵੱਡੇ ਵੱਡੇ ਵਿਸ਼ਾਲ ਸਾਮਰਾਜ ਸਥਾਪਿਤ ਹੋਏ। ਜਿਵੇਂ ਜੇ ਦੇਖੀਏ, ਮੌਰੀਆ ਸਾਮਰਾਜ, ਗੁਪਤ ਸਾਮਰਾਜ, ਵਰਧਨ ਸਾਮਰਾਜ, ਦਿੱਲੀ ਸਲਤਨਤ, ਮੁਗਲ ਸਾਮਰਾਜ, ਇਹ ਇੱਥੇ ਸਥਾਪਿਤ ਹੋਏ। ਪੰਜਵਾਂ ਹੈ ਕਲਾ ਤੇ ਸਾਹਿਤ ਦਾ ਵਿਕਾਸ।
ਹੁਣ ਗੰਗਾ ਦੇ ਮੈਦਾਨ ਆਪਣੀ ਭੂਗੋਲਿਕ ਸਥਿਤੀ ਦੇ ਕਰਕੇ ਇਹ ਬਹੁਤ ਉਪਜਾਊ ਰਹੇ ਨੇ, ਜਿਸ ਕਰਕੇ ਆਪਣੀ ਰੋਜੀ ਕਮਾਉਣ ਦੇ ਲਈ ਇੱਥੋਂ ਦੇ ਲੋਕਾਂ ਨੂੰ ਬਹੁਤੀ ਮਿਹਨਤ ਦੀ ਲੋੜ ਨਹੀਂ ਸੀ। ਇਸੇ ਕਰਕੇ ਇਹਨਾਂ ਲੋਕਾਂ ਨੇ ਕਲਾ ਤੇ ਸਾਹਿਤ ਵਿੱਚ ਵਧੇਰੇ ਰੁਚੀ ਲਈ। ਇਹ ਕਲਾ ਦੇ ਵਿੱਚ ਜਿਵੇਂ ਭਾਵਨ ਉਸਾਰੀ ਕਲਾ, ਸ਼ਿਲਪ ਕਲਾ, ਚਿੱਤਰ ਕਲਾ, ਸੰਗੀਤ ਕਲਾ, ਇਸ ਤੋਂ ਇਲਾਵਾ ਕਲਾ ਦੇ ਨਾਲ ਨਾਲ ਸਾਹਿਤ ਦਾ ਵੀ ਵਿਕਾਸ ਹੋਇਆ। ਸਾਹਿਤਕਾਰਾਂ ਨੇ, ਕਵੀਆਂ ਨੇ, ਵਿਦਵਾਨਾਂ ਨੇ ਸਾਹਿਤਕ ਰੁਚੀ ਲੈਣੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਇੱਕ ਵਡਮੁੱਲਾ ਸਾਹਿਤ ਰਚਿਆ। ਛੇਵਾਂ ਹੈ ਵਿਸ਼ਵ ਵਿਦਿਆਲਿਆਂ ਦੀ ਸਥਾਪਨਾ। ਇਹਨਾਂ ਪ੍ਰਦੇਸ਼ਾਂ ਦੇ ਵਿੱਚ ਹੀ ਬਹੁਤ ਸਾਰੇ ਵਿਸ਼ਵ ਵਿਦਿਆਲਿਆਂ ਦੀ ਸਥਾਪਨਾ ਹੋਈ, ਕਿਉਂਕਿ ਇਹ ਇਲਾਕੇ ਬੜੇ ਖੁਸ਼ਹਾਲ ਤੇ ਧਨਾੜ ਸੀਗੇ। ਜਿਵੇਂ ਟੈਕਸਲਾ, ਸਾਰਨਾਥ, ਨਲੰਦਾ, ਉਜੈਨ, ਇਹ ਵਿਸ਼ਵ ਵਿਦਿਆਲੇ ਜਾਂ ਇਹ ਕਹਿ ਲਈਏ ਯੂਨੀਵਰਸਿਟੀਆਂ ਇੱਥੇ ਸਥਾਪਿਤ ਹੋਈਆਂ, ਜਿਨ੍ਹਾਂ ਵਿੱਚ ਦੇਸ਼ ਵਿਦੇਸ਼ਾਂ ਤੋਂ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਇੱਥੇ ਭਾਰਤ ਦੇ ਵਿੱਚ ਆਉਂਦੇ ਰਹੇ। ਅਗਲਾ ਹੈ ਉਦਯੋਗਾਂ ਅਤੇ ਵਣਜ ਵਪਾਰ ਦਾ ਵਿਕਾਸ। ਵੱਖ-ਵੱਖ ਉਦਯੋਗਾਂ ਤੇ ਵਣਜ ਵਪਾਰ ਦਾ ਵੀ ਬਹੁਤ ਵਿਕਾਸ ਹੋਇਆ, ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਫਸਲਾਂ ਬਹੁਤ ਵੱਡੀ ਮਿਕਦਾਰ ਦੇ ਵਿੱਚ ਪੈਦਾ ਹੁੰਦੀਆਂ ਸੀ, ਜਿਸ ਕਰਕੇ ਉਦਯੋਗਾਂ ਦੇ ਲਈ ਕੱਚਾ ਮਾਲ ਬੜੀ ਆਸਾਨੀ ਦੇ ਨਾਲ ਮਿਲਦਾ ਰਿਹਾ ਹੈਗਾ। ਮੈਦਾਨ ਸਮਤਲ ਹੋਣ ਕਰਕੇ ਸੜਕਾਂ ਨੇ ਜਿਹੜੀਆਂ ਬਣਾਈਆਂ ਗਈਆਂ, ਸੜਕਾਂ ਦੇ ਰਾਹੀਂ ਵਪਾਰ ਵਿਕਸਿਤ ਹੋਇਆ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵਸਤੂਆਂ ਨੂੰ ਲੈ ਕੇ ਜਾਣਾ ਆਸਾਨ ਸੀਗਾ, ਜਿਸ ਨੇ ਵਪਾਰ ਨੂੰ ਉਤਸ਼ਾਹਿਤ ਕੀਤਾ। ਅਗਲਾ ਗਾ ਧਾਰਮਿਕ ਅੰਦੋਲਨ। ਗੰਗਾ ਦੇ ਮੈਦਾਨ ਆਮ ਤੌਰ ਤੇ ਬੜੇ ਸ਼ਾਂਤਮਈ ਰਹੇ ਨੇ। ਇਹਨਾਂ ਦੇ ਵਿੱਚ ਸ਼ਾਂਤੀ ਸਥਾਪਿਤ ਰਹੀ ਹੈ। ਇਸ ਕਰਕੇ ਇੱਥੇ ਧਾਰਮਿਕ ਅੰਦੋਲਨ ਸ਼ੁਰੂ ਹੋਣ ਦਾ ਵਾਤਾਵਰਨ ਸੀ, ਜਿਹੜਾ ਇੱਕ ਚੰਗਾ ਵਾਤਾਵਰਨ ਸੀ। ਇਹਨਾਂ ਦੇ ਵਿੱਚ ਬਹੁਤ ਸਾਰੇ ਅੰਦੋਲਨ ਸ਼ੁਰੂ ਹੋਏ, ਜਿਨ੍ਹਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਬੁੱਧ ਧਰਮ, ਜੈਨ ਧਰਮ, ਇੱਥੇ ਇਹਨਾਂ ਦਾ ਜਨਮ ਹੁੰਦਾ ਹੈਗਾ। ਇਸ ਤੋਂ ਇਲਾਵਾ ਹਿੰਦੂਆਂ ਦੇ ਬਹੁਤ ਸਾਰੇ ਪਵਿੱਤਰ ਤੀਰਥ ਸਥਾਨ, ਜਿਨ੍ਹਾਂ ਦੇ ਵਿੱਚ ਹਰਿਦੁਆਰ, ਵਾਰਾਣਸੀ, ਮਥੁਰਾ, ਇਲਾਹਾਬਾਦ, ਕੁਰੂਕਸ਼ੇਤਰ ਇੱਥੇ ਨੇਗੇ। ਇਸੇ ਤਰ੍ਹਾਂ ਬੋਧੀਆਂ ਦੇ ਸਾਰਨਾਥ, ਗਜ਼ਾ, ਲੁੰਬਨੀ, ਕੁਸ਼ੀਨਗਰ। ਜੈਨੀਆਂ ਦੇ ਵੀ ਧਾਰਮਿਕ ਤੀਰਥ ਸਥਾਨ ਜੇ ਦੇਖੀਏ, ਧਾਰਮਿਕ ਸਥਾਨ ਰਾਜਗ੍ਰਹਿ, ਵਿਸ਼ਾਲੀ, ਨਲੰਦਾ, ਇਹਨਾਂ ਗੰਗਾ ਦੇ ਮੈਦਾਨਾਂ ਦੇ ਵਿੱਚ ਸਥਿਤ ਨੇਗੇ। ਅਗਲਾ ਹੈ ਰਾਜਪੂਤਾਨਾ ਦੇ ਕਾਫੀ ਭਾਗਾਂ ਵਿੱਚ ਹਿੰਦੂ ਰਾਜਾਂ ਦਾ ਸਥਾਪਿਤ ਰਹਿਣਾ, ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਪੈਦਾਵਾਰ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦੀ ਸੀ। ਇਲਾਕੇ ਧਨਾੜ ਸੀਗੇ, ਜਿਸ ਕਰਕੇ ਗੰਗਾ ਤੇ ਸਿੰਧ ਦੇ ਮੈਦਾਨਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਹਮਲੇ ਕਰਨ ਲਈ ਉਤਸ਼ਾਹਿਤ ਕੀਤਾ ਸੀ। ਹੁਣ ਪੱਛਮੀ ਭਾਗ ਹੈ ਜਿਹੜਾ ਇਹਨਾਂ ਮੈਦਾਨਾਂ ਦਾ, ਰਾਜਪੂਤਾਨਾ ਦੀ ਭੂਮੀ ਦੇ ਜਿਹੜੇ ਇਲਾਕੇ ਨੇ ਰੇਗਿਸਤਾਨ ਹੋਣ ਕਰਕੇ ਇੱਥੇ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕਰਨ ਦੇ ਲਈ ਰੁਚੀ ਨਹੀਂ ਰੱਖੀ, ਜਿਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਰਾਜਪੂਤਾਨਿਆਂ ਦੇ ਵਿੱਚ ਹਿੰਦੂਆਂ ਦੇ ਸੁਤੰਤਰ ਰਾਜ ਕਾਇਮ ਹੋ ਗਏ ਸੀ ਤੇ ਦੂਜੇ ਉਪਜਾਊ ਪ੍ਰਦੇਸ਼ਾਂ ਦੇ ਵਿੱਚ ਵਿਦੇਸ਼ੀਆਂ ਦਾ ਰਾਜ ਸਥਾਪਿਤ ਹੋ ਗਿਆ ਸੀ। ਇਸ ਕਰਕੇ ਇਹਨਾਂ ਗੰਗਾ ਤੇ ਸਿੰਧ ਦੇ ਮੈਦਾਨਾਂ ਨੇ
ਵਿਦੇਸ਼ੀਆਂ ਨੂੰ ਹਮਲੇ ਕਰਨ ਲਈ ਵੀ ਪ੍ਰੇਰਿਤ ਕੀਤਾ, ਕਿਉਂਕਿ ਇੱਥੇ ਧਨ ਦੌਲਤ ਬਹੁਤ ਜ਼ਿਆਦਾ ਸੀ। ਇਹ ਸੀਗੇ ਇਸ ਦੇ ਪ੍ਰਭਾਵ। ਧੰਨਵਾਦ।